ਹੈਲੋ ਫਰੈਂਡਸ, ਪਿਛਲੇ ਲੈਕਚਰ ਦੇ ਵਿੱਚ ਆਪਾਂ ਪੜ੍ਹਿਆ ਸੀ ਕਿ ਸਿੰਥੈਟਿਕ ਫਾਈਬਰਸ ਕੀ ਹੁੰਦੇ ਆ। ਬੇਸਿਕ ਗੱਲਾਂ ਬਾਰੇ ਪੜ੍ਹਿਆ ਸੀ ਕਿ ਸਿੰਥੈਟਿਕ ਫਾਈਬਰਸ ਕੀ ਹੁੰਦੇ ਆ, ਠੀਕ ਹੈ, ਅਤੇ ਉਹ ਕਿਵੇਂ ਓਬਟੇਨਡ ਹੁੰਦੇ ਆ ਅਤੇ ਕਿਹੜੇ ਸਿੰਥੈਟਿਕ ਫਾਈਬਰਸ ਨੇ। ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਫਰਦਰ ਪੜ੍ਹਾਂਗੇ ਪਲਾਸਟਿਕਸ ਬਾਰੇ। ਸਿੰਥੈਟਿਕ ਫਾਈਬਰਸ ਬਾਰੇ ਆਪਾਂ ਪੜ੍ਹ ਚੁੱਕੇ ਹਾਂ। ਫਿਲਹਾਲ ਆਪਾਂ NCERT ਨੂੰ ਨਹੀਂ ਪੜ੍ਹਿਆ, ਬਟ ਜਦੋਂ ਹੀ ਪਲਾਸਟਿਕ ਆਪਾਂ ਕਵਰ ਕਰ ਲਾਂਗੇ ਇਹ ਚੈਪਟਰ, ਫਿਰ ਆਪਾਂ NCERT 'ਤੇ ਮੂਵ ਕਰਾਂਗੇ। ਓਕੇ, ਤਾਂ ਆਪਾਂ ਦੇਖਦੇ ਹਾਂ ਕਿ ਆਪਾਂ ਆਪਣੀ ਡੇਲੀ ਲਾਈਫ ਦੇ ਵਿੱਚ ਵੈਰਾਈਟੀਜ਼ ਆਫ ਪਲਾਸਟਿਕਸ ਯੂਜ਼ ਕਰਦੇ ਹਾਂ, ਭਾਵੇਂ ਬੋਟਲਸ ਦੇ ਰੂਪ 'ਚ ਹੋਣ, ਭਾਵੇਂ ਕੰਟੇਨਰਸ ਹੋਣ, ਠੀਕ ਹੈ, ਭਾਵੇਂ ਉਹ ਟੋਇਜ਼ ਹੋਣ, ਠੀਕ ਹੈ। ਡਿਫਰੈਂਟ ਕੰਟੇਨਰਸ ਦੇ ਲਈ, ਆਪਾਂ ਬੋਟਲਸ ਦੇ ਲਈ, ਟੋਇਜ਼ ਦੇ ਲਈ, ਠੀਕ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਪਲਾਸਟਿਕ ਯੂਜ਼ ਕਰਦੇ। ਈਵਨ ਕਿ ਜਿਹੜੇ ਆਪਾਂ ਪੋਲੀਥੀਨਸ ਯੂਜ਼ ਕਰਦੇ ਹਾਂ ਉਹ ਵੀ ਇੱਕ ਪਲਾਸਟਿਕ ਦੀ ਟਾਈਪ ਹੈ। ਜਿਹੜੇ ਆਪਾਂ ਹੈਂਡਲਸ ਯੂਜ਼ ਕਰਦੇ ਹਾਂ ਉਹ ਵੀ ਇੱਕ ਪਲਾਸਟਿਕ ਦੀ ਟਾਈਪ ਹੈ। ਓਕੇ, ਜਿਹੜੀਆਂ ਆਪਾਂ ਸਵਿਚਿਸ ਯੂਜ਼ ਕਰਦੇ ਹਾਂ ਉਹ ਵੀ ਇੱਕ ਪਲਾਸਟਿਕ ਦੀ ਹੀ ਟਾਈਪ ਆ। ਤਾਂ ਡਿਫਰੈਂਟ ਟਾਈਪਸ ਦੇ ਪਲਾਸਟਿਕ ਨੇ, ਉਹ ਆਪਾਂ ਪੜ੍ਹਾਂਗੇ ਅੱਜ ਦੇ ਇਸ ਟੌਪਿਕ ਦੇ ਵਿੱਚ। ਅੰਡਰਸਟੈਂਡ। ਆਪਾਂ ਦੇਖਦੇ ਹਾਂ ਕਿ ਕਿੰਨੇ ਤਰ੍ਹਾਂ ਦੇ ਹੁੰਦੇ ਆ ਪਲਾਸਟਿਕਸ। ਟਾਈਪਸ ਆਫ ਸਿੰਥੈਟਿਕ ਪਲਾਸਟਿਕਸ। ਸਿੰਥੈਟਿਕ ਕਿਉਂ ਕਹਿੰਦੇ ਇਹਨੂੰ? ਕਿਉਂਕਿ ਲੈਬ ਦੇ ਵਿੱਚ ਬਣਾਏ ਜਾਂਦੇ ਆ। ਪਲਾਸਟਿਕ ਕਦੇ ਵੀ ਆਪਾਂ ਨੂੰ ਨੈਚੁਰਲ ਨਹੀਂ ਮਿਲਦਾ, ਹਮੇਸ਼ਾ ਪਲਾਸਟਿਕ ਨੂੰ ਆਪਾਂ ਲੈਬ ਦੇ ਵਿੱਚ ਹੀ ਓਬਟੇਨ ਕਰਦੇ ਹਾਂ, ਇਸ ਕਰਕੇ ਇਹਨੂੰ ਸਿੰਥੈਟਿਕ ਪਲਾਸਟਿਕ ਕਹਿ ਦਿੰਦੇ। ਇਹਨਾਂ ਦੀਆਂ ਦੋ ਟਾਈਪਸ ਨੇ, ਥਰਮੋਪਲਾਸਟਿਕ ਐਂਡ ਥਰਮੋਸੈਟਿੰਗ ਪਲਾਸਟਿਕ। ਓਕੇ, ਟੂ ਟਾਈਪਸ ਆਫ ਪਲਾਸਟਿਕਸ ਹੁੰਦੇ ਆ, ਥਰਮੋਪਲਾਸਟਿਕ ਐਂਡ ਥਰਮੋਸੈਟਿੰਗ ਪਲਾਸਟਿਕ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪਲਾਸਟਿਕਸ ਦੀ। ਪਲਾਸਟਿਕਸ ਦੇयर ਆਰ ਟੂ ਮੇਨ ਗਰੁੱਪਸ ਆਫ ਪਲਾਸਟਿਕਸ। ਦੋ ਮੇਨ ਗਰੁੱਪ ਹੁੰਦੇ ਨੇ, ਥਰਮੋਸੈਟਿੰਗ ਪਲਾਸਟਿਕ ਐਂਡ ਥਰਮੋਪਲਾਸਟਿਕ, ਠੀਕ ਹੈ। ਦ ਥਰਮੋਸੈਟਿੰਗਸ ਐਂਡ ਥਰਮੋਪਲਾਸਟਿਕਸ, ਦੋ ਤਰ੍ਹਾਂ ਦੀਆਂ ਟਾਈਪਸ ਨੇ। ਦ ਵਰਡ ਪਲਾਸਟਿਕ ਮੀਨਸ ਈਜ਼ਲੀ ਸ਼ੇਪਡ ਔਰ ਮੋਲਡਡ। ਪਲਾਸਟਿਕ ਦਾ ਮਤਲਬ ਕੀ ਹੁੰਦਾ ਕਿ ਜਿਹਨੂੰ ਆਪਾਂ ਈਜ਼ੀ ਕੋਈ ਸ਼ੇਪ ਪ੍ਰੋਵਾਈਡ ਕਰ ਸਕੀਏ, ਠੀਕ ਹੈ। ਈਜ਼ਲੀ ਜਿਹਨੂੰ ਆਪਾਂ ਮਰੋੜ ਕੇ ਜਾਂ ਉਹਨੂੰ ਹੀਟ ਕਰਕੇ ਉਹਨੂੰ ਆਪਾਂ ਈਜ਼ਲੀ ਕਿਸੇ ਵੀ ਸ਼ੇਪ ਦੇ ਵਿੱਚ ਉਹਨੂੰ ਕੋਈ ਵੀ ਸ਼ੇਪ ਉਹਨੂੰ ਦੇ ਸਕਦੇ ਹਾਂ, ਉਹਨੂੰ ਆਪਾਂ ਪਲਾਸਟਿਕ ਕਹਿ ਦਿੰਦੇ ਹਾਂ। ਅੰਡਰਸਟੈਂਡ। ਤਾਂ ਦੋ ਤਰ੍ਹਾਂ ਦਾ ਹੁੰਦਾ। ਸਭ ਤੋਂ ਪਹਿਲਾਂ ਆਪਾਂ ਪਲਾਸਟਿਕਸ ਬਾਰੇ ਕਰਾਂਗੇ ਗੱਲ, ਫਿਰ ਉਸ ਤੋਂ ਬਾਅਦ ਆਪਾਂ ਥਰਮੋਸੈਟਿੰਗ ਪਲਾਸਟਿਕ ਬਾਰੇ ਪੜ੍ਹਾਂਗੇ। ਥਰਮੋਪਲਾਸਟਿਕਸ ਕੀ ਹੁੰਦੇ ਆ? ਆਪਾਂ ਦੇਖ ਰਹੇ ਹਾਂ ਕਿ ਜਿਵੇਂ ਆਪਣੇ ਕੋਲ ਇੱਕ ਬਕੇਟ ਹੈ, ਠੀਕ ਹੈ, ਇਹ ਕਿਵੇਂ ਬਣੀ ਹੈ? ਜੇ ਹੀਟ ਕਰਕੇ, ਠੀਕ ਹੈ। ਜਿਹੜਾ ਆਪਾਂ ਪਲਾਸਟਿਕ ਬਣਾਉਂਦੇ ਹਾਂ ਉਹਨੂੰ ਪਹਿਲਾਂ ਹੀਟ ਕੀਤਾ ਜਾਂਦਾ, ਫਿਰ ਉਹਨੂੰ ਕਿਸੇ ਵੀ ਸ਼ੇਪ ਦੇ ਵਿੱਚ ਢਾਲ ਦਿੱਤਾ ਜਾਂਦਾ। ਫੋਰਮਡ ਬਾਈ ਹੀਟ, ਸੈਕਿੰਡ ਸੌਫਟਨ ਵੈਨ ਹੀਟਡ। ਜਦੋਂ ਇਹਨੂੰ ਆਪਾਂ ਗਰਮ ਕਰਾਂਗੇ ਤਾਂ ਇਹ ਸੌਫਟ ਹੋ ਜਾਏਗਾ। ਕੈਨ ਬੀ ਰੀਹੀਟਡ ਐਂਡ ਰੀਸ਼ੇਪਡ। ਇਹਨੂੰ ਜਦੋਂ ਆਪਾਂ ਹੀਟ ਕਰਾਂਗੇ, ਇਹਨੂੰ ਵਾਰ ਹੀਟ ਵੀ ਕਰ ਸਕਦੇ ਅਤੇ ਕੋਈ ਵੀ ਇਹਨੂੰ ਸ਼ੇਪ ਦੇ ਸਕਦੇ ਹਾਂ। ਜਦੋਂ ਆਪਾਂ ਇਹਨੂੰ ਹੀਟ ਕਰਤਾ ਹੈ ਤਾਂ ਇਹਨੂੰ ਬਕੇਟ ਦੀ ਫੋਰਮ ਤੋਂ ਆਪਾਂ ਬੋਟਲ ਦੀ ਫੋਰਮ ਵੀ ਦੇ ਸਕਦੇ ਹਾਂ, ਠੀਕ ਹੈ। ਮੋਸਟਲੀ ਰਿਸਾਈਕਲੇਬਲ, ਮਤਲਬ ਇਹਨੂੰ ਵਾਰ ਯੂਜ਼ ਕਰ ਸਕਦੇ ਹਾਂ ਆਪਾਂ। ਮੇਡ ਆਫ ਲੌਂਗ ਪੋਲੀਮਰ ਚੇਨਸ ਵਿਦ ਫਿਊ ਕ੍ਰੋਸ ਲਿੰਕਸ। ਇਹ ਲੰਬੀਆਂ ਚੇਨਸ ਤੋਂ ਬਣੇ ਹੁੰਦੇ ਆ, ਜਿਵੇਂ ਮੈਂ ਤੁਹਾਨੂੰ ਦਿਖਾਉਂਦੀ ਹਾਂ ਇੱਥੇ। ਇਹਨਾਂ ਦੇ ਕਹਿਣ ਦਾ ਕੀ ਮਤਲਬ ਹੈ? ਇਹਨਾਂ ਦਾ ਮਤਲਬ ਹੈ ਕਿ ਇਹ ਪੋਲੀਮਰ ਚੇਨਸ ਹੁੰਦੀਆਂ ਇਸ ਤਰ੍ਹਾਂ, ਲੌਂਗ ਪੋਲੀਮਰ ਚੇਨਸ ਹੁੰਦੀਆਂ ਜਿਨ੍ਹਾਂ ਦੇ ਵਿੱਚ ਕੁਝ ਕ੍ਰੋਸ ਲਿੰਕਸ ਇਸ ਤਰ੍ਹਾਂ ਬਣੇ ਹੁੰਦੇ ਆ, ਠੀਕ ਹੈ। ਅਤੇ ਇਹ ਕੀ ਆਪਣੇ ਕੋਲੇ ਲੌਂਗ ਪੋਲੀਮਰ ਚੇਨਸ ਤੋਂ ਬਣਿਆ ਹੁੰਦਾ, ਜਿਹਦੇ 'ਚ ਕ੍ਰੋਸ ਲਿੰਕਸ ਬਣੀਆਂ ਹੁੰਦੀਆਂ ਇਸ ਤਰ੍ਹਾਂ। ਇਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਆ? ਇਹਨੂੰ ਆਪਾਂ ਕਹਿ ਦਿੰਦੇ ਹਾਂ ਥਰਮੋਪਲਾਸਟਿਕ। ਓਕੇ, ਤਾਂ ਮੈਂ ਫਿਰ ਇੱਕ ਵਾਰੀ ਦੱਸ ਦਿੰਦੀ ਹਾਂ ਕਿ ਪਲਾਸਟਿਕ ਕੀ ਹੁੰਦੇ ਆ। ਪਲਾਸਟਿਕ ਦਾ ਮਤਲਬ ਹੁੰਦਾ ਕਿਸੇ ਵੀ ਸ਼ੇਪ ਦੇ ਵਿੱਚ ਉਹਨੂੰ ਆਪਾਂ ਢਾਲ ਸਕਦੇ ਹਾਂ। ਦੋ ਤਰ੍ਹਾਂ ਦੇ ਹੁੰਦੇ ਆ, ਥਰਮੋਸੈਟਿੰਗ ਐਂਡ ਥਰਮੋਪਲਾਸਟਿਕ। ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਥਰਮੋਪਲਾਸਟਿਕਸ ਬਾਰੇ। ਥਰਮੋਪਲਾਸਟਿਕ ਜਿਹੜੇ ਹੁੰਦੇ ਈਜ਼ਲੀ ਆਪਾਂ ਉਹਨਾਂ ਨੂੰ ਹੀਟ ਕਰਕੇ ਕਿਸੇ ਵੀ ਸ਼ੇਪ ਦੇ ਵਿੱਚ ਢਾਲ ਸਕਦੇ ਹਾਂ, ਠੀਕ ਹੈ। ਇਹਨੂੰ ਆਪਾਂ ਕੀ ਕਹਿੰਦੇ? ਥਰਮੋਪਲਾਸਟਿਕ ਕਹਿੰਦੇ ਹਾਂ। ਓਕੇ, ਥਰਮੋਪਲਾਸਟਿਕਸ ਕਿਹੜੇ ਹੁੰਦੇ ਆ? ਪਲਾਸਟਿਕਸ ਵਿਚ ਕੈਨ ਸੌਫਟਨ ਔਨ ਹੀਟਿੰਗ, ਜਿਨ੍ਹਾਂ ਨੂੰ ਆਪਾਂ ਹੀਟ ਕਰਕੇ ਸੌਫਟ ਕਰ ਸਕਦੇ ਹਾਂ, ਠੀਕ ਹੈ। ਉਹਨੂੰ ਈਜ਼ਲੀ ਬੈਂਡ ਕਰ ਸਕਦੇ ਹਾਂ। ਮੋਲਡ ਇਨ ਡਿਜ਼ਾਇਰਡ ਸ਼ੇਪ, ਕੋਈ ਵੀ ਉਹਨੂੰ ਗਰਮ ਕਰਕੇ, ਉਸ ਪਲਾਸਟਿਕ ਨੂੰ ਗਰਮ ਕਰਕੇ ਕੋਈ ਵੀ ਸ਼ੇਪ ਦੇ ਸਕਦੇ ਹਾਂ, ਠੀਕ ਹੈ। ਇਹਨਾਂ ਨੂੰ ਆਪਾਂ ਥਰਮੋਪਲਾਸਟਿਕਸ ਕਹਿ ਦਿੰਦੇ ਹਾਂ। ਇਹਦੀ ਐਗਜ਼ਾਮਪਲ ਹੈਗੇ PVC, ਪੋਲੀਵਿਨਾਈਲ ਕਲੋਰਾਈਡ, ਨਾਈਲੋਨ, ਪੋਲੀਥੀਨ। ਹੁਣ ਜਿਵੇਂ ਆਪਣੇ ਕੋਲ ਪੋਲੀਥੀਨਸ ਹੁੰਦੇ ਆ, ਉਹਨੂੰ ਜਦੋਂ ਆਪਾਂ ਹੀਟ ਕਰਦੇ ਹਾਂ ਉਹ ਮੈਲਟ ਹੋ ਜਾਂਦਾ, ਫਿਰ ਉਹਨੂੰ ਹੀਟ ਕਰਨ ਤੋਂ ਬਾਅਦ ਉਹਨੂੰ ਆਪਾਂ ਕੋਈ ਵੀ ਸ਼ੇਪ ਦੇ ਸਕਦੇ ਹਾਂ, ਠੀਕ ਹੈ। ਇਹਨਾਂ ਨੂੰ ਆਪਾਂ ਥਰਮੋਪਲਾਸਟਿਕਸ ਕਹਿ ਦਿੰਦੇ ਹਾਂ। ਆਪਾਂ ਹੋਰ ਐਗਜ਼ਾਮਪਲਸ ਦੇਖਦੇ ਹਾਂ। ਇੱਕ ਬਹੁਤ ਵਧੀਆ ਇਮੇਜ ਦਿੱਤੀ ਹੋਈ ਆ ਥਰਮੋਪਲਾਸਟਿਕ ਨੂੰ ਸਮਝਾਉਣ ਲਈ। ਜਦੋਂ ਆਪਾਂ ਇਹਨੂੰ ਹੀਟ ਕਰਦੇ ਹਾਂ ਲਿਕੁਇਫਾਈਡ ਹੋ ਜਾਂਦਾ, ਮਤਲਬ ਲਿਕੁਇਡ ਸਟੇਜ 'ਚ ਆ ਜਾਂਦਾ ਇਹ ਪਲਾਸਟਿਕ। ਜਦੋਂ ਆਪਾਂ ਇਹਨੂੰ ਕੂਲ ਕਰਦੇ ਸੋਲੀਡੀਫਾਈ ਹੋ ਜਾਂਦਾ, ਮੀਨਸ ਸੋਲਿਡ ਸਟੇਜ 'ਚ ਆ ਜਾਂਦਾ। ਇਹਦੇ ਲਈ ਐਗਜ਼ਾਮਪਲ ਐਨੋਲੋਜੀ ਦਿੱਤੀ ਹੋਈ ਹੈ, ਜਿਵੇਂ ਚਾਕਲੇਟ ਆਪਣੇ ਕੋਲ। ਚਾਕਲੇਟ ਨੂੰ ਜਦੋਂ ਆਪਾਂ ਹੀਟ ਦਿੰਦੇ ਹਾਂ ਉਹ ਮੈਲਟ ਹੋ ਜਾਂਦਾ, ਅਤੇ ਜਦੋਂ ਉਹਨੂੰ ਆਪਾਂ ਫਰਿੱਜ 'ਚ ਰੱਖ ਦਿੰਦੇ ਹਾਂ ਕੂਲ ਕਰਦੇ ਹਾਂ ਉਹ ਫਿਰ ਸੋਲਿਡ ਹੋ ਜਾਂਦਾ। ਆਈਸ ਵੀ ਉਸੇ ਤਰ੍ਹਾਂ ਹੀ ਹੈ, ਜਦੋਂ ਆਈਸ ਨੂੰ ਹੀਟ ਕਰਦੇ ਹੋ ਮੈਲਟ ਹੋ ਜਾਂਦੀ ਹੈ, ਅਤੇ ਆਈਸ ਨੂੰ ਜਦੋਂ ਫਰਿੱਜ 'ਚ
ਦੇ ਵਿੱਚ ਰੱਖਦੇ ਹਾਂ ਉਹ ਸੋਲਿਡ ਹੋ ਜਾਂਦੀ ਹੈ। ਠੀਕ ਹੈ, ਮੈਟਲ ਦਾ ਵੀ ਇਹੀ ਕੇਸ ਹੈ ਕਿ ਮੈਟਲ ਨੂੰ ਜਦੋਂ ਆਪਾਂ ਹੀਟ ਕਰਦੇ ਹਾਂ ਉਹ ਮੈਲਟ ਹੋ ਜਾਂਦਾ, ਤੇ ਮੈਟਲ ਨੂੰ ਜਦੋਂ ਆਪਾਂ ਕੂਲ ਕਰਦੇ ਹਾਂ ਉਹ ਫੇਰ ਸੋਲਿਡ ਹੋ ਜਾਂਦਾ। ਉਵੇਂ ਕੀ ਹੁੰਦਾ ਆਪਣਾ ਥਰਮੋਪਲਾਸਟਿਕ ਹੁੰਦਾ ਕਿ ਜਦੋਂ ਆਪਾਂ ਨੂੰ ਹੀਟ ਦਿੰਦੇ ਹਾਂ ਉਹ ਮੈਲਟ ਹੋ ਜਾਂਦਾ, ਤੇ ਜਦੋਂ ਆਪਾਂ ਨੂੰ ਕੂਲ ਕਰਦੇ ਹਾਂ ਉਹ ਫੇਰ ਸੋਲਿਡ ਸ਼ੇਪ ਦੇ ਵਿੱਚ ਆ ਜਾਂਦਾ। ਅੰਡਰਸਟੈਂਡ? ਤੇ ਇਹ ਸੀ ਆਪਣੇ ਕੋਲ ਥਰਮੋਪਲਾਸਟਿਕ। ਥਰਮੋਪਲਾਸਟਿਕਸ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਨੇ। ਇਹਨੂੰ ਆਪਾਂ ਕਾਰ ਦੇ ਵਿੱਚ ਵੀ, ਬਹੁਤ ਸਾਰੀ ਕਾਰ ਦੇ ਜਿਹੜੇ ਪਾਰਟਸ ਹੁੰਦੇ ਉਹਨਾਂ ਦੇ ਵਿੱਚ ਯੂਜ਼ ਕੀਤਾ ਜਾਂਦਾ, ਸਟੀਅਰਿੰਗ ਵਗੈਰਾ ਦੇ ਵਿੱਚ ਟੋਇਜ਼ ਬਣਾਉਣ ਲਈ ਇਹਨੂੰ ਯੂਜ਼ ਕੀਤਾ ਜਾਂਦਾ, ਹੈਲਮਟਸ ਵਗੈਰਾ ਲਈ ਯੂਜ਼ ਕੀਤਾ ਜਾਂਦਾ। ਬਹੁਤ ਸਾਰੀਆਂ ਬੋਟਲਸ ਵੀ ਇਹੋ ਜਿਹੀਆਂ ਨੇ ਜਿਹੜੀਆਂ ਥਰਮੋਪਲਾਸਟਿਕਸ ਤੋਂ ਬਣਦੀਆਂ। ਠੀਕ ਹੈ, ਪਲਾਸਟਿਕਸ ਕਿਹੜੇ ਹੁੰਦੇ ਆ? ਦਾ ਮੈਜੋਰਿਟੀ ਆਫ ਦਾ ਕਾਮਨ ਪਲਾਸਟਿਕਸ ਆਰ, ਬਹੁਤ ਸਾਰੇ ਜਿਹੜੇ ਆਪਾਂ ਡੇਲੀ ਲਾਈਫ ਦੇ ਵਿੱਚ ਪਲਾਸਟਿਕ ਯੂਜ਼ ਕਰਦੇ ਹਾਂ ਉਹ ਥਰਮੋਪਲਾਸਟਿਕ ਹੁੰਦੇ ਆ। ਥਰਮੋਪਲਾਸਟਿਕਸ ਕੈਨ ਬੀ ਹੀਟਡ, ਇਹਨਾਂ ਨੂੰ ਹੀਟ ਕੀਤਾ ਜਾਂਦਾ ਐਂਡ ਰੀਸ਼ੇਪਡ, ਇਹਨਾਂ ਨੂੰ ਫਿਰ ਸ਼ੇਪ ਦਿੱਤੀ ਜਾਂਦੀ ਹੈ। ਪਹਿਲਾਂ ਇਹਨੂੰ ਗਰਮ ਕੀਤਾ ਜਾਂਦਾ ਫਿਰ ਇਹਨੂੰ ਸ਼ੇਪ ਦੇ ਦਿੰਦੇ ਆ, ਬਿਕੋਜ਼ ਆਫ ਵੇਜ਼ ਇਨ ਵਿਚ ਦਾ ਮੋਲੀਕਿਊਲਸ ਆਰ ਜੁਆਇੰਡ ਟੂਗੈਦਰ। ਇਹ ਮੈਂ ਦੱਸਦੀ ਹਾਂ ਵੀ ਇਸ ਤਰ੍ਹਾਂ ਕਿਉਂ ਹੁੰਦਾ। ਜਿਵੇਂ ਕਿ ਆਪਣੇ ਕੋਲੇ ਸੀ ਆ ਮੋਲੀਕਿਊਲਸ, ਠੀਕ ਹੈ, ਮੋਲੀਕਿਊਲਸ ਦੇ ਮਿਲਣ ਤੋਂ ਆਹ ਪਲਾਸਟਿਕ ਬਣਿਆ ਹੋਇਆ। ਠੀਕ ਹੈ, ਜਦੋਂ ਆਪਾਂ ਇਹਨੂੰ ਹੀਟ ਕੀਤਾ ਕੀ ਹੋਇਆ ਕਿ ਮੋਲੀਕਿਊਲਸ ਇੱਕ ਦੂਜੇ ਨਾਲ ਸੈਪਰੇਟ ਹੋ ਗਏ। ਠੀਕ ਹੈ, ਫਿਰ ਜਦੋਂ ਇਹਨਾਂ ਨੂੰ ਆਪਾਂ ਕੂਲ ਕਰਾਂਗੇ ਫਿਰ ਇਹ ਆਪਦੀ ਉਸੇ ਹੀ ਪੋਜੀਸ਼ਨ 'ਚ ਆ ਜਾਏਗਾ, ਉਸੇ ਹੀ ਸ਼ੇਪ ਦੇ ਵਿੱਚ ਆ ਜਾਏਗਾ। ਇਹ ਹੁੰਦਾ ਥਰਮੋਪਲਾਸਟਿਕ। ਮੀਨਸ ਕੀ ਹੁੰਦੇ ਕਿ ਜਦੋਂ ਆਪਾਂ ਇਹਨੂੰ ਥਰਮੋਪਲਾਸਟਿਕ ਨੂੰ ਆਪਾਂ ਹੀਟ ਕਰਦੇ ਹਾਂ ਤੇ ਇਹਨਾਂ ਦੇ ਜਿਹੜੇ ਮੋਲੀਕਿਊਲਸ ਹੁੰਦੇ ਸੈਪਰੇਟ ਹੋ ਜਾਂਦੇ, ਫਿਰ ਜਦੋਂ ਆਪਾਂ ਇਹਨੂੰ ਕੂਲ ਕਰਦੇ ਹਾਂ ਫਿਰ ਮੋਲੀਕਿਊਲਸ ਆਪਸ 'ਚ ਜੁੜ ਜਾਂਦੇ। ਹੁਣ ਇਹੀ ਮੋਲੀਕਿਊਲਸ ਆਪਸ ਦੇ ਵਿੱਚ ਜੁੜ ਜਾਣਗੇ ਜਦੋਂ ਆਪਾਂ ਇਹਨੂੰ ਕੂਲ ਕਰਾਂਗੇ। ਠੀਕ ਹੈ, ਤੇ ਇਹੀ ਮੋਲੀਕਿਊਲਸ ਆਪਸ 'ਚ ਡਿਸੋਸੀਏਟ ਹੋ ਜਾਣਗੇ, ਇੱਕ ਦੂਜੇ ਨਾਲੋਂ ਸੈਪਰੇਟ ਹੋ ਜਾਣਗੇ ਜਦੋਂ ਆਪਾਂ ਇਹਨੂੰ ਹੀਟ ਕਰਾਂਗੇ। ਠੀਕ ਹੈ, ਤੇ ਇਹ ਸੀ ਆਪਣੇ ਕੋਲੇ ਥਰਮੋਪਲਾਸਟਿਕ। ਓਕੇ, ਥਰਮੋਪਲਾਸਟਿਕ ਕੈਨ ਬੀ ਹੀਟਡ, ਇਹਨਾਂ ਨੂੰ ਗਰਮ ਕਰ ਸਕਦੇ ਹਾਂ, ਰੀਸ਼ੇਪ, ਇਹਨਾਂ ਨੂੰ ਕੋਈ ਵੀ ਸ਼ੇਪ ਦੇ ਸਕਦੇ ਹਾਂ ਬਿਕੋਜ਼ ਆਫ ਦਾ ਵੇਜ਼ ਇਨ ਵਿਚ ਦਾ ਮੋਲੀਕਿਊਲਸ ਆਰ ਜੁਆਇੰਡ ਟੂਗੈਦਰ। ਠੀਕ ਹੈ, ਮੋਲੀਕਿਊਲਸ ਇਹ ਆਪਸ 'ਚ ਜੁੜ ਜਾਂਦੇ ਜਿਹਨੂੰ ਆਪਾਂ ਕੂਲ ਕਰਦੇ ਹਾਂ। ਦਿਸ ਕੈਨ ਬੀ ਰਿਪੀਟਡ ਮੈਨੀ ਟਾਈਮਸ, ਇਹਨੂੰ ਆਪਾਂ ਬਹੁਤ ਵਾਰੀ ਕਰ ਸਕਦੇ ਹਾਂ, ਨਹੀਂ ਵੀ ਇੱਕ ਵਾਰੀ ਸ਼ੇਪ ਦੇਤੀ ਉਸ ਤੋਂ ਬਾਅਦ 'ਚੋਂ ਉਹਨੂੰ ਆਪਾਂ ਹੀਟ ਨਹੀਂ ਕਰ ਸਕਦੇ, ਹੀਟ ਕਰਕੇ ਕੋਈ ਸ਼ੇਪ ਨਹੀਂ ਪ੍ਰੋਵਾਈਡ ਕਰ ਸਕਦੇ, ਇਸ ਤਰ੍ਹਾਂ ਨਹੀਂ ਹੁੰਦਾ। ਇੱਕ ਵਾਰੀ ਜਦੋਂ ਆਪਾਂ ਨੂੰ ਹੀਟ ਕਰਤਾ, ਠੀਕ ਹੈ, ਇਹ ਮੈਲਟ ਹੋ ਜਾਏਗਾ, ਫਿਰ ਇਹਨੂੰ ਆਪਾਂ ਕੋਈ ਵੀ ਸ਼ੇਪ ਦੇ ਸਕਦੇ, ਉਸ ਤੋਂ ਬਾਅਦ ਫਿਰ ਉਹਨੂੰ ਕੋਈ ਹੋਰ ਸ਼ੇਪ ਨੂੰ ਫਿਰ ਆਪਾਂ ਮੈਲਟ ਕਰ ਕਿ ਕੋਈ ਹੋਰ ਸ਼ੇਪ ਦੇ ਸਕਦੇ ਹਾਂ। ਤਾਂ ਆਪਾਂ ਬਹੁਤ ਸਾਰੀਆਂ ਸ਼ੇਪਸ ਦੇ ਵਿੱਚ ਇਹਨੂੰ ਕਰ ਸਕਦੇ ਹਾਂ, ਸ਼ੇਪ ਦੇ ਸਕਦੇ ਹਾਂ ਹੀਟ ਕਰਕੇ। ਜਿਵੇਂ ਰਿਪੀਟਡ ਮੈਨੀ ਟਾਈਮਸ ਐਜ਼ ਲੌਂਗ ਐਜ਼ ਨੋ ਡੈਮੇਜ ਇਜ਼ ਕਾਜ਼ਡ ਬਾਈ ਓਵਰ ਹੀਟਿੰਗ, ਕਿਉਂਕਿ ਜ਼ਿਆਦਾ ਇਹਨੂੰ ਜੇ ਆਪਾਂ ਓਵਰ ਹੀਟ ਕਰ ਦਾਂਗੇ, ਠੀਕ ਹੈ, ਫਿਰ ਇਹ ਡੈਮੇਜ ਹੋ ਜਾਏਗਾ। ਜੇ ਆਪਾਂ ਹਲਕਾ ਜਿਹਾ ਇਹਨੂੰ ਮੈਲਟ ਕਰਾਂਗੇ ਫਿਰ ਕੋਈ ਡੈਮੇਜ ਨਹੀਂ ਹੋਣਾ ਇਹਨੂੰ। ਠੀਕ ਹੈ, ਜਿਵੇਂ ਆਪਾਂ ਦੇਖਿਆ ਮੈਂ ਵੀ, ਜਿਵੇਂ ਮੰਨ ਲਓ ਆਪਣੇ ਕੋਲ ਕੋਈ ਪਲਾਸਟਿਕ ਸੀ, ਆਪਾਂ ਉਹਨੂੰ ਹੀਟ ਕੀਤਾ, ਉਹ ਸੌਫਟ ਹੋ ਗਿਆ, ਜਦੋਂ ਆਪਾਂ ਨੂੰ ਕੂਲ ਕੀਤਾ ਉਹ ਹਾਰਡ ਹੋ ਗਿਆ, ਫਿਰ ਉਹਨੂੰ ਆਪਾਂ ਹੀਟ ਕੀਤਾ ਸੌਫਟ ਹੋ ਗਿਆ, ਫਿਰ ਉਹਨੂੰ ਆਪਾਂ ਕੂਲ ਕੀਤਾ ਹਾਰਡ ਹੋ ਗਿਆ। ਇਸ ਤਰ੍ਹਾਂ ਆਪਾਂ ਇਹਨੂੰ ਰਿਪੀਟ ਕਰ ਸਕਦੇ ਹਾਂ ਮੈਨੀ ਟਾਈਮਸ। ਇਹ ਸੀ ਆਪਣੇ ਕੋਲੇ ਥਰਮੋਪਲਾਸਟਿਕਸ। ਠੀਕ ਹੈ, ਨੈਕਸਟ ਆਉਂਦਾ ਹੈਗਾ ਆਪਣੇ ਕੋਲ ਥਰਮੋਸੈਟਿੰਗਸ। ਥਰਮੋਸੈਟਿੰਗਸ ਜਿਹੜੇ ਹੁੰਦੇ ਨੇ ਇਹਦੇ ਵਿੱਚ ਕੀ ਹੁੰਦਾ ਕਿ ਇੱਕ ਵਾਰੀ ਜੇ ਆਪਾਂ ਇਹਨੂੰ ਹੀਟ ਕਰਕੇ ਕੋਈ ਵੀ ਸ਼ੇਪ ਦੇਤੀ, ਠੀਕ ਹੈ, ਪਲਾਸਟਿਕ ਸੀ ਉਹਨੂੰ ਆਪਾਂ ਹੀਟ ਕਰਤਾ, ਉਹਨੂੰ ਆਪਾਂ ਹੀਟ ਕਰਕੇ ਕੋਈ ਸ਼ੇਪ ਦੇਤੀ, ਉਸ ਤੋਂ ਬਾਅਦ ਆਪਾਂ ਉਹਨੂੰ ਹੀਟ ਕਰਾਂਗੇ ਤੇ ਆਪਾਂ ਉਹਨੂੰ ਬਾਅਦ ਚੋਂ ਕੋਈ ਸ਼ੇਪ ਨਹੀਂ ਦੇ ਸਕਦੇ, ਇਹਨੂੰ ਆਪਾਂ ਥਰਮੋਸੈਟਿੰਗ ਕਹਿੰਦੇ ਹਾਂ। ਮੈਂ ਤੁਹਾਨੂੰ ਸਮਝਾਉਂਦੀ ਹਾਂ ਫਿਰ ਇੱਕ ਵਾਰੀ ਕਿ ਆਪਣੇ ਕੋਲੇ ਕੋਈ ਪਲਾਸਟਿਕ ਸੀ, ਉਹਨੂੰ ਆਪਾਂ ਹੀਟ ਕੀਤਾ ਉਹ ਸੌਫਟ ਹੋ ਗਿਆ, ਉਹਨੂੰ ਕੂਲ ਕੀਤਾ ਤਾਂ ਪਰਮਾਨੈਂਟਲੀ ਉਹਨੇ ਆਪਦੀ ਸ਼ੇਪ ਲੈ ਲਈ। ਠੀਕ ਹੈ, ਹੁਣ ਜੇ ਇਹਨੂੰ ਆਪਾਂ ਹੀਟ ਕਰਾਂਗੇ ਤਾਂ ਕੋਈ ਸ਼ੇਪ ਨਹੀਂ ਆਉਣੀ। ਠੀਕ ਹੈ, ਇਹਨੂੰ ਆਪਾਂ ਥਰਮੋਸੈਟਿੰਗਸ ਕਹਿ ਦਿੰਦੇ ਹਾਂ। ਥਰਮੋਸੈਟਿੰਗ ਤੇ ਥਰਮੋਪਲਾਸਟਿਕਸ ਕੀ ਡਿਫਰੈਂਸ ਆ ਮੈਂ ਇੱਕ ਵਾਰੀ ਫੇਰ ਦੱਸਣ ਲੱਗੀ ਹਾਂ। ਥਰਮੋਪਲਾਸਟਿਕ ਨੂੰ ਜਿੰਨੇ ਮਰਜ਼ੀ ਵਾਰੀ ਹੀਟ ਕਰੋ, ਕੂਲ ਕਰੋ, ਕੋਈ ਮਰਜ਼ੀ ਸ਼ੇਪ ਦਿਓ, ਕੋਈ ਫਰਕ ਨਹੀਂ ਪੈਂਦਾ। ਬਟ ਥਰਮੋਸੈਟਿੰਗ ਦੇ ਵਿੱਚ ਐ ਨਹੀਂ ਹੁੰਦਾ, ਜੇ ਇੱਕ ਵਾਰੀ ਆਪਾਂ ਨੂੰ ਹੀਟ ਕਰਕੇ ਕੂਲ ਕਰਕੇ ਇੱਕ ਵਾਰੀ ਕੋਈ ਵੀ ਪ੍ਰੋਪਰ ਸ਼ੇਪ ਦੇਤੀ, ਉਦੋਂ ਬਾਅਦ ਚੋਂ ਉਹਨੂੰ ਆਪਾਂ ਹੀਟ ਕਰਾਂਗੇ ਤਾਂ ਕੋਈ ਪ੍ਰੋਪਰ ਸ਼ੇਪ ਨਹੀਂ ਆਉਣੀ। ਠੀਕ ਹੈ, ਜਿਵੇਂ ਆਪਾਂ ਐਗਜ਼ਾਮਪਲ ਲੈਂਦੇ ਹਾਂ ਕਿ ਆਪਣੇ ਕੋਲ ਜਿਹੜੀਆਂ ਸਵਿਚਿਸ ਹੁੰਦੀਆਂ, ਆਪਣੇ ਘਰਾਂ ਦੇ ਵਿੱਚ ਜਿਹੜੀਆਂ ਸਵਿਚਿਸ ਹੁੰਦੀਆਂ ਹੈਗੀਆਂ, ਜੇ ਆਪਾਂ ਉਹ ਸਵਿਚਿਸ ਨੂੰ ਮੈਲਟ ਕਰ ਦਾਂਗੇ ਤੇ ਫਿਰ ਉਹਨੂੰ ਸਵਿਚ ਵਾਲੀ ਸ਼ੇਪ, ਪਹਿਲਾਂ ਵਾਲੀ ਜਿਹੜੀ ਸਵਿਚ ਵਾਲੀ ਸ਼ੇਪ ਸੀ ਉਹ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਨਹੀਂ ਹੋਣੀ। ਕਿਉਂਕਿ ਉਹ ਜਿਹੜਾ ਪਲਾਸਟਿਕ ਹੁੰਦਾ ਥਰਮੋਸੈਟਿੰਗ ਵਾਲਾ ਪਲਾਸਟਿਕ ਹੁੰਦਾ। ਠੀਕ ਹੈ, ਆਪਾਂ ਦੇਖਦੇ ਕਿ ਥਰਮੋਪਲਾਸਟਿਕ ਕਿਹੜੇ ਹੁੰਦੇ ਆ, ਦੋਜ਼ ਵਿਚ ਆਰ ਸੈਟ ਵਿਦ ਹੀਟ ਐਂਡ ਹੈਵ ਲਿਟਲ ਇਲਾਸਟਿਸਿਟੀ। ਇੱਕ ਵਾਰੀ ਆਪਾਂ ਜਦੋਂ ਇਹਨੂੰ ਹੀਟ ਦੇ ਦਿੱਤੀ ਤਾਂ ਇੱਕ ਵਾਰੀ 'ਚ ਹੀ ਸੈੱਟ ਹੋ ਜਾਣਗੇ ਤੇ ਉਹਨਾਂ ਦੇ ਵਿੱਚ ਇਲਾਸਟਿਸਿਟੀ ਬਹੁਤ ਘੱਟ ਹੁੰਦੀ ਹੈ। ਵਨਸ ਸੈੱਟ ਦੇ ਕੈਨੋਟ ਬੀ ਰੀਹੀਟਡ ਐਂਡ ਰੀਫਾਰਮਡ। ਇੱਕ ਵਾਰੀ ਜਦੋਂ ਉਹ ਸੈੱਟ ਹੋ ਜਾਂਦੇ ਆ, ਇੱਕ ਵਾਰੀ ਉਹਨਾਂ ਨੂੰ ਕੋਈ ਸ਼ੇਪ ਮਿਲ ਜਾਂਦੀ ਹੈ ਪਰਟੀਕੂਲਰ ਹੀਟ ਕਰਨ ਤੋਂ ਬਾਅਦ, ਉਦੋਂ ਬਾਅਦ 'ਚੋਂ ਉਹਨਾਂ ਨੂੰ ਰੀਹੀਟ ਨਹੀਂ ਕਰ ਸਕਦੇ, ਰੀਫਾਰਮ ਮਤਲਬ ਉਦੋਂ ਬਾਅਦ 'ਚੋਂ ਉਹਨੂੰ ਕੋਈ ਹੋਰ ਸ਼ੇਪ ਨਹੀਂ ਦੇ ਸਕਦੇ। ਦੇ ਆਰ ਹੀਟਡ ਐਂਡ ਮੋਲਡਡ ਡਿਊਰਿੰਗ ਮੈਨੂਫੈਕਚਰ। ਇਹਨਾਂ ਨੂੰ ਗਰਮ ਉਦੋਂ ਹੀ ਕਰ ਸਕਦੇ ਆ, ਇਹਨਾਂ ਨੂੰ ਵੀ ਮੋਲਡ ਮੀਨਸ ਸ਼ੇਪ ਉਦੋਂ ਹੀ ਦੇ ਸਕਦੇ ਆ ਜਦੋਂ ਇਹਨਾਂ ਨੂੰ ਬਣਾ ਰਹੇ ਹੁੰਦੇ ਆ, ਉਦੋਂ ਬਾਅਦ 'ਚੋਂ ਆਪਾਂ ਇਹਨੂੰ ਗਰਮ ਕਰਕੇ ਕੋਈ ਸ਼ੇਪ ਨਹੀਂ ਦੇ ਸਕਦੇ। ਵਨਸ ਕੂਲਡ ਦੇ ਵਿਲ ਨੋਟ ਸੌਫਟਨ ਅਗੇਨ ਵਿਦ ਵੈਨ ਹੀਟਡ। ਇੱਕ ਵਾਰੀ ਜੇ ਇਹ ਕੂਲ ਹੋ ਗਏ ਉਦੋਂ ਬਾਅਦ 'ਚ ਇਹਨੂੰ ਸੌਫਟ ਨਹੀਂ ਕਰ ਸਕਦੇ, ਹੀਟ ਨਹੀਂ ਕਰ ਸਕਦੇ। ਦਿਸ ਬ੍ਰੇਕਸ ਦਾ potentially unending cycle that thermoplastic plastics are capable of।
इफ हीटर टू मच दे बर्न, जे ਆਪਾਂ ज़्यादा हीट कर देंगे तो ये बर्न हो जाएंगे। जिवें आप एक साइकिल देखते हैं, पहला आप इन्होंने हीट किया, सॉफ्ट किया, हीट किया, ये सॉफ्ट हो गए, फिर इन्हों कूल किया, हार्ड हो गए। जे होर ज़्यादा इन्हों हीट प्रोवाइड करांगे तो बर्न हो जाएंगे, इन्हों कोई होर शेप नहीं दे सकते। जबकि पिछे की सी हीट करके सॉफ्ट कर सकते सी, कूल कर सकते सी, कूल करके उन्होंने हार्ड करता, फिर आप हीट प्रोवाइड करते सी, वो सॉफ्ट हो जाते सी, फिर कूल करते सी, हार्ड हो जाते सी। पर इत्थे ऐ नहीं हुंदा, इत्थे एक बारी जे हार्ड हो गए उस तो बाद च इहनूं आपां हीट करके सॉफ्ट नहीं कर सकते। यही डिफरेंस हुंदा थर्मोसैटिंग ते थर्मोप्लास्टिक दे विच। एग्जाम्पल जिहड़ी हैगी है बैकेलाइट एंड मैलामाइन, एग्जाम्पल्स हैगियां थर्मोसैटिंग्स दियां। जिवें आपां बैकेलाइट दी एग्जाम्पल देखदे हां भी जिहड़े अपने हैंडल्स हुंदे यूटेंसिल्स दे ओह बैकेलाइट दे बने हुंदे, जां जिहड़ियां स्विचेस हुंदियां हैगियां ओह भी बैकेलाइट दे बणीਆਂ हुंदियां। ਆਪਾਂ ਇਹਨਾਂ ਨੂੰ ਡਿਟੇਲ 'ਚ ਪੜ੍ਹਦੇ ਹਾਂ ਕਿ ਬੈਕਲਾਈਟ ਤੇ ਮੈਲਾਮਾਈਨ ਕਿੱਥੇ ਯੂਜ਼ ਹੁੰਦੇ ਆ। ਮੈਲਾਮਾਈਨ ਇਜ਼ ਅ ਵਰਸੇਟਾਈਲ ਮਟੀਰੀਅਲ, ਇਟ ਰੈਜ਼ਿਸਟ ਫਾਇਰ ਐਂਡ ਕੈਨ ਟੋਲਰੇਟ ਹੀਟ ਬੈਟਰ ਦੈਨ ਅਦਰ ਪਲਾਸਟਿਕ। ਮੈਲਾਮਾਈਨ ਜਿਹੜਾ ਹੁੰਦਾ ਬਹੁਤ ਹੀ ਜ਼ਿਆਦਾ ਵਰਸੇਟਾਈਲ ਮਟੀਰੀਅਲ ਆ, ਇਹ ਫਾਇਰ ਨੂੰ ਕੈਚ ਨਹੀਂ ਕਰਦੇ ਈਜ਼ਲੀ ਤੇ ਹਾਈ ਹੀਟ ਨੂੰ ਵੀ ਇਹ ਟੋਲਰੇਟ ਕਰ ਜਾਂਦਾ। ठीक है, इट इज़ यूज इन यूनीफॉर्म ऑफ फायरमैन हैविंग इन कोटिंग विच इज़ फ्लेम रजिस्टेंस। ये ਜਿਹੜੇ फायरमैनस ਹੁੰਦੇ ਨੇ ਜਿਹੜੇ ਜਦੋਂ ਅੱਗ ਲੱਗ ਜਾਂਦੀ ਉਹਨਾਂ ਨੂੰ ਬੁਝਾਉਣ ਲਈ ਉਹ ਵਾਲੇ ਪਰਸਨ ਜਿਹੜੇ ਹੁੰਦੇ ਆ ਉਹ ਇਸ ਤਰ੍ਹਾਂ ਦੇ ਯੂਨੀਫਾਰਮਸ ਇਹੋ ਜਿਹੇ ਕਲੋਥਸ ਵੀਅਰ ਕਰਦੇ ਨੇ ਜਿਨ੍ਹਾਂ ਦੇ ਉੱਤੇ ਮੈਲਾਮਾਈਨ ਲੱਗਿਆ ਹੁੰਦਾ, ਕਿਉਂਕਿ ਮੈਲਾਮਾਈਨ ਕੋਲ ਟੈਂਡੈਂਸੀ ਹੁੰਦੀ ਹੈ ਕਿ ਉਹ ਹਾਈ ਹੀਟ ਨੂੰ ਟੋਲਰੇਟ ਕਰ ਸਕਦਾ। ਇਟ ਇਜ਼ ਯੂਜ਼ਡ ਫॉर ਮੇਕਿੰਗ ਫਲੋਰ ਟਾਇਲਸ ਕਿਚਨਵੇਅਰ ਐਂਡ ਫੈਬਰਿਕਸ ਵਿਚ ਰੈਜ਼ਿਸਟ ਫਾਇਰ। ਇਹ ਕਿਹਦੇ ਤੋਂ ਬਣਿਆ ਹੁੰਦਾ, ਇਹਦੇ ਤੋਂ ਆਪਾਂ ਕੀ ਬਣਾ ਸਕਦੇ ਹਾਂ, ਇਹਦੇ ਤੋਂ टाइल्स बना सकते हैं, किचन वेयर बना सकते हैं, किचन का समान जिवें आप देख सकते हैं यूटेंसिल्स बने ने, टाइल्स ने, फैब्रिक्स बना सकते हैं जिहड़े कि रजिस्ट करदा फायर तो मैलामाइन जिहड़ा हैगा वो हाई टैंपरेचर नूं टोलरेट कर सकदा, तो उस दे अकॉर्डिंग आपां इहदे तो बहुत सारे मटीरियल्स बना सकते हैं। बैकेलाइट की हुंदा, बैकेलाइट इज़ अ पुअर कंडक्टर ऑफ हीट एंड इलैक्ट्रिसिटी। पुअर कंडक्टर हुंदा है, ठीक है, हीट ਤੇ ਇਲੈਕਟ੍ਰਿਸਿਟੀ ਦਾ। ਇਟ ਇਜ਼ ਯੂਜ਼ਡ ਫॉर ਮੇਕਿੰਗ ਇਲੈਕਟ੍ਰੀਕਲ ਸਵਿਚਸ ਐਂਡ ਹੈਂਡਲਸ ਆਫ ਵੇਰੀਅਸ ਯੂਟੈਂਸਿਲਸ। ਇਹ ਆਪਾਂ ਯੂਜ਼ ਕਰਦੇ ਹੈਗੇ ਆ ਇਲੈਕਟ੍ਰੀਕਲ ਸਵਿਚਸ ਬਣਾਉਣ ਦੇ ਲਈ ਤੇ ਹੈਂਡਲਸ ਲਈ। ਆਪਾਂ ਨੂੰ ਪਤਾ ਕਿ ਜਿਹੜੀ ਇਲੈਕਟ੍ਰੀਕਲ ਸਵਿਚਸ ਹੁੰਦੀਆਂ ਉਹ ਪੂਅਰ ਕੰਡਕਟਰ ਆਫ ਇਲੈਕਟ੍ਰਿਸਿਟੀ ਹੁੰਦੀਆਂ, ਤਾਂ ਹੀ ਆਪਾਂ ਨੂੰ ਯੂਜ਼ ਕਰਦੇ ਆ ਕਿਉਂਕਿ ਇਹਨਾਂ ਨੂੰ ਟੱਚ ਕਰਨ ਤੇ ਆਪਾਂ ਨੂੰ ਕਰੰਟ ਨਹੀਂ ਲੱਗਦਾ, ਨਾ ਹੀ ਜਿਹੜੇ ਹੈਂਡਲਸ ਹੁੰਦੇ ਉਹਨਾਂ ਨੂੰ ਟੱਚ ਕਰਨ ਤੇ ਆਪਾਂ ਨੂੰ ਹੀਟ ਫੀਲ ਹੁੰਦੀ ਹੈ ਕਿਉਂਕਿ ਇਹ ਪੂਅਰ ਕੰਡਕਟਰ ਹੁੰਦੇ ਆ ਹੀਟ ਦੇ, ਬੈਕਲਾਈਟ। ਠੀਕ ਹੈ, ਤਾਂ ਇਹ ਸੀ ਆਪਣੇ ਕੋਲੇ ਆਪਾਂ ਪੜ੍ਹਿਆ ਹੈਗਾ ਆਪਣੀ ਕਨਸੈਪਟ ਕਲੀਅਰ ਕਰਨ ਲਈ। ਹੁਣ ਆਪਾਂ NCERT ਦੇ ਵਿੱਚ ਦੇਖਦੇ ਹਾਂ ਕਿ NCERT ਦੇ ਵਿੱਚ ਕੀ ਲਿਖਿਆ ਹੋਇਆ, ਫਿਰ ਉਸ ਤੋਂ ਬਾਅਦ ਚੋਂ ਆਪਾਂ ਨੈਕਸਟ ਟੌਪਿਕ ਦੇਖਾਂਗੇ। ਹੁਣ ਆਪਾਂ ਦੇਖਦੇ ਹਾਂ NCERT ਦੇ ਵਿੱਚ ਕੀ ਲਿਖਿਆ ਹੋਇਆ, ਸਿੰਥੈਟਿਕ ਫਾਈਬਰਸ ਐਂਡ ਪਲਾਸਟਿਕਸ। ਦ ਕਲੋਥਸ ਵਿਚ ਵੀ ਵੀਅਰ ਐਂਡ ਆਰ ਮੇਡ ਅਪ ਆਫ ਫੈਬਰਿਕਸ। ਜਿਹੜੇ ਕਲੋਥਸ ਆਪਾਂ ਪਾਉਂਦੇ ਹਾਂ ਫੈਬਰਿਕਸ ਤੇ ਬਣੇ ਹੁੰਦੇ ਆ। ਫੈਬਰਿਕਸ ਆਰ ਮੇਡ ਫਰੋਮ ਫਾਈਬਰਸ, ਤੇ ਆਪਾਂ ਨੂੰ ਪਤਾ ਫੈਬਰਿਕਸ ਕਿਹਦੇ ਤੋਂ ਬਣੇ ਹੁੰਦੇ ਆ, ਫਾਈਬਰਸ ਤੋਂ ਬਣੇ ਹੁੰਦੇ ਆ। ਤੇ ਫਾਈਬਰਸ ਨੈਚੁਰਲ ਵੀ ਓਬਟੇਨ ਕਰ ਸਕਦੇ ਆ ਤੇ ਆਰਟੀਫਿਸ਼ੀਅਲ ਸੋਰਸਿਸ ਤੋਂ ਵੀ ਓਬਟੇਨ ਕਰ ਸਕਦੇ ਆ। ਕੈਨ ਯੂ ਨੇਮ ਸਮ ਨੈਚੁਰਲ ਫਾਈਬਰਸ, ਕੀ ਤੁਸੀਂ ਨਾਂ ਦੱਸ ਸਕਦੇ ਹੋ ਕਿਹੜੇ ਕਿਹੜੇ ਨੈਚੁਰਲ ਫਾਈਬਰਸ ਹੁੰਦੇ ਨੇ। ਫਾਈਬਰਸ ਆਰ ਆਲਸੋ ਯੂਜ਼ਡ ਫॉर ਮੇਕਿੰਗ ਲਾਰਜ ਵੈਰਾਈਟੀ ਆਫ ਹਾਊਸ ਹੋਲਡ ਆਰਟੀਕਲਸ। ਫਾਈਬਰਸ ਨੂੰ ਆਪਾਂ ਬਹੁਤ ਸਾਰੇ ਹਾਊਸ ਹੋਲਡ ਆਰਟੀਕਲਸ ਬਣਾਉਣ ਲਈ ਵੀ ਯੂਜ਼ ਕਰ ਸਕਦੇ ਹਾਂ। make a list of some common articles made from fibers। ਤੁਸੀਂ ਇੱਕ ਲਿਸਟ ਬਣਾਓ ਜਿਹਦੇ ਚ ਆਰਟੀਕਲਸ ਜਿਹੜੇ ਫਾਈਬਰਸ ਤੋਂ ਬਣਦੇ ਹੈਗੇ ਆ ਉਹਨਾਂ ਦੀ ਲਿਸਟ ਬਣਾਓ, ਲਿਖੋ ਕਿ ਕਿਹੜੇ ਕਿਹੜੇ ਆਰਟੀਕਲਸ ਆਪਾਂ ਯੂਜ਼ ਬਣਾ ਸਕਦੇ ਹਾਂ ਫਾਈਬਰਸ ਤੋਂ। try to separate them in those made up of natural fibers and those made up of natural fiber and those made up from artificial fibers। ਤੇ ਉਹਨਾਂ ਨੂੰ ਸੈਪਰੇਟ ਕਰ ਦਿਓ ਵੀ ਕਿਹੜੇ ਆਰਟੀਫਿਸ਼ੀਅਲ ਬਣਾਏ ਜਾਂਦੇ, ਹਿਊਮਨਸ ਰਾਹੀਂ ਬਣਾਏ ਜਾਂਦੇ, ਤੇ ਕਿਹੜੇ ਜਿਹੜੇ ਨੇਚਰਲ ਬਣਾਏ ਜਾਂਦੇ, ਨੇਚਰ ਰਾਹੀਂ ਬਣਾਏ ਜਾਂਦੇ ਆ। ਠੀਕ ਹੈ, ਤੇ ਇਹ ਚਾਰਟ ਤੁਸੀਂ ਆਪ ਫਿਲ ਕਰਨਾ ਤੇ ਇਹਦੇ ਚ ਤੁਸੀਂ ਦੱਸਣਾ ਵੀ ਆਰਟੀਕਲਸ ਕਿਹੜੇ ਕਿਹੜੇ ਨੇ ਤੇ ਉਹ ਨੈਚੁਰਲੀ ਓਬਟੇਨ ਕੀਤੇ ਆ ਤੁਸੀਂ ਕਿ ਆਰਟੀਫਿਸ਼ਲੀ ਓਬਟੇਨ ਕੀਤੇ ਆ। ਵਾਈ ਨੈਕਸਟ ਹੈਗਾ ਵਾਈ ਡਿਡ ਯੂ ਲੇਬਲ ਸਮ ਫਾਈਬਰਸ ਐਜ਼ ਆਰਟੀਫਿਸ਼ੀਅਲ। ਕਿਉਂ ਆਪਾਂ ਕਹਿ ਦਿੰਦੇ ਹਾਂ ਵੀ ਇਹ ਆਰਟੀਫਿਸ਼ੀਅਲ ਫਾਈਬਰਸ ਨੇ। ਯੂ ਹੈਵ ਰੀਡ ਇਨ ਯੂਰ ਪ੍ਰੀਵੀਅਸ ਕਲਾਸਿਸ ਦੈਟ ਨੈਚੁਰਲ ਫਾਈਬਰਸ ਲਾਈਕ ਕਾਟਨ, ਵੂਲ, ਸਿਲਕ ਐਟਸੈਟਰਾ ਆਰ ਓਬਟੇਨ ਫਰੋਮ ਪਲਾਂਟਸ ਔਰ ਐਨੀਮਲਸ। ਇਹ ਆਪਾਂ ਨੂੰ ਪਤਾ ਹੈ ਕਿ ਨੈਚੁਰਲ ਫਾਈਬਰਸ ਜਿਵੇਂ ਕਾਟਨ, ਵੂਲ, ਸਿਲਕ ਇਹ ਪਲਾਂਟਸ ਤੇ ਐਨੀਮਲਸ ਤੋਂ ਮਿਲਦੇ ਆ ਆਪਾਂ ਨੂੰ। ਦ ਸਿੰਥੈਟਿਕ ਫਾਈਬਰਸ ਔਰ on the other hand are made by human beings। ਤੇ synthetic fibers ਜਿਹੜੇ ਹੁੰਦੇ ਆ humans ਦੁਆਰਾ ਬਣਾਏ ਗਏ ਹੁੰਦੇ ਆ। that is why these are called synthetic or man made fibers। ਇਸ ਕਰਕੇ ਆਪਾਂ ਨੂੰ synthetic or man made fibers ਕਹਿ ਦਿੰਦੇ ਆ। what are synthetic fibers? synthetic fibers ਕਿਹੜੇ ਹੁੰਦੇ ਨੇ? try to recall the uniform pattern found in a necklace of beads joined with the help of thread। ਹੁਣ ਤੁਸੀਂ ਇੱਕ ਪੈਟਰਨ ਦੇਖੋ ਜਿਹਦੇ ਵਿੱਚ ਕੀ ਹੁੰਦਾ, ਇੱਕ ਨੈਕਲੇਸ ਹੁੰਦਾ ਤੇ ਨੈਕਲੇਸ ਦੇ ਵਿੱਚ ਬੀਡਸ ਲੱਗੇ ਹੁੰਦੇ। ਇੱਕ ਹਾਰ ਹੈ ਆਪਾਂ ਦੇਖ ਰਹੇ ਨੈਕਲੇਸ ਹੈ ਤੇ ਇਹਦੇ ਤੇ ਕੀ ਲੱਗੇ ਹੋਏ, ਛੋਟੇ ਛੋਟੇ ਬੀਡਸ ਲੱਗੇ ਹੋਏ ਆ। ਠੀਕ ਹੈ, ਮੋਤੀ ਲੱਗੇ ਹੋਏ ਆ।
try to join try to join a number of paper clips together to make a long chain, या फिर की करो ਤੁਸੀਂ ਇੱਕ ਪੇਪਰ ਕਲਿੱਪ ਲਓ ਉਹਨਾਂ ਨੂੰ ਆਪਸ ਵਿੱਚ ਜੋੜ ਕੇ ਇੱਕ ਲੌਂਗ ਚੇਨ ਬਣਾਉਣ ਦੀ ਕੋਸ਼ਿਸ਼ ਕਰੋ, ਜਿਵੇਂ ਕਿ ਫਿਗਰ ਦੇ ਵਿੱਚ ਦਿਖਾਇਆ ਹੋਇਆ 3.1। is there any similarity between two, ਕਿ ਇਹਨਾਂ ਦੋਵਾਂ 'ਚ ਕੋਈ ਸਿਮਿਲੈਰਿਟੀ ਹੈ? ਯੈਸ ਹੈ, ਕਿਉਂਕਿ ਇਹ ਛੋਟੇ ਛੋਟੇ ਰਿਪੀਟਡ ਯੂਨਿਟਸ ਤੋਂ ਮਿਲ ਕੇ ਬਣਿਆ, ਜਿਵੇਂ ਕਿ ਆਪਾਂ ਨੈਕਲੇਸ ਦੇਖ ਰਹੇ ਹਾਂ ਕਿ ਇਹ ਛੋਟੇ ਛੋਟੇ ਬੀਡਸ ਤੋਂ ਮਿਲ ਕੇ ਬਣਿਆ, ਤੇ ਕਲਿੱਪਸ ਵੀ ਕਲਿੱਪਸ ਦੇ ਜਿਹੜੀ ਚੇਨ ਬਣੀ ਹੈ ਵੀ ਛੋਟੇ ਛੋਟੇ ਕਲਿੱਪਸ ਤੋਂ ਮਿਲ ਕੇ ਬਣੀ ਹੈ, ਤਾਂ ਇਹਨਾਂ ਦੇ ਵਿੱਚ ਸਿਮਿਲੈਰਿਟੀ ਹੈ। Okay. A synthetic fibers is also a chain of small units joined together। synthetic fiber भी इस तरह ही बने होंगे, छोटे छोटे repeated units ਨੂੰ ਆਪਸ ਵਿੱਚ ਜੋੜਨ ਤੇ ਕੀ ਬਣਦੇ ਨੇ? synthetic fibers ਬਣਦੇ ਨੇ। each small unit is actually a chemical substance, ਤੇ ਹਰ ਇੱਕ ਜਿਹੜੀ unit ਹੁੰਦੀ ਆ ਉਹਨੂੰ ਆਪਾਂ chemical substance ਕਹਿ ਦਿੰਦੇ ਆ। many such small unit combine to form a large single unit called a polymer। ਛੋਟੇ ਛੋਟੀਆਂ ਜਿਹੜੀਆਂ units ਹੁੰਦੀਆਂ ਜੁੜ ਕੇ ਵੱਡੀ unit ਬਣਾ ਦਿੰਦੀਆਂ, ਠੀਕ ਹੈ, ਉਹ ਵੱਡੀ unit ਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਆ? polymer ਕਹਿ ਦਿੰਦੇ ਆ। the word polymer comes from two Greek word, poly means many and mer meaning part or unit। polymer ਦਾ ਮਤਲਬ ਕੀ ਹੁੰਦਾ? poly ਦਾ ਮਤਲਬ ਹੁੰਦਾ ਬਹੁਤ ਸਾਰੀਆਂ, mer ਦਾ mean ਹੁੰਦਾ units, means ਛੋਟੇ ਛੋਟੇ units, ਬਹੁਤ ਸਾਰੀਆਂ ਛੋਟੇ ਛੋਟੇ units ਮਿਲ ਕੇ ਇੱਕ ਵੱਡੀ unit ਬਣਾ ਦਿੰਦੀਆਂ। so a polymer is made up of many repeating unit। ਤਾਂ ਆਪਾਂ ਕਹਿ ਸਕਦੇ ਹਾਂ ਕਿ polymer ਕਿਸ ਤੋਂ ਬਣਿਆ ਹੁੰਦਾ? ਬਹੁਤ ਸਾਰੇ repeating units ਤੋਂ ਬਣਿਆ ਹੁੰਦਾ। ਜਿਵੇਂ ਆਪਾਂ ਐਗਜ਼ਾਮਪਲ 'ਚ ਦੇਖਦੇ ਹਾਂ ਕਿ ਛੋਟੇ ਛੋਟੇ units ਨੇ, ਠੀਕ ਹੈ, ਇਹ ਵਾਰ-ਵਾਰ ਰਿਪੀਟ ਹੋ ਰਹੀਆਂ ਨੇ, ਜਦੋਂ ਇਹ ਆਪਸ 'ਚ ਸਾਰੀਆਂ ਜੁੜ ਜਾਂਦੀਆਂ ਨੇ ਤੇ ਕੀ ਬਣਾ ਦਿੰਦੀਆਂ ਨੇ? ਪੋਲੀਮਰ ਬਣਾ ਦਿੰਦੀਆਂ। ਠੀਕ ਹੈ, ਤਾਂ ਮੈਨੂੰ ਹੋਪ ਹੈ, ਮੈਨੂੰ ਪਤਾ ਲੱਗ ਗਿਆ ਕਿ ਤੁਹਾਨੂੰ ਇਹ ਸਾਰਾ ਕੁਝ ਸਮਝ ਲੱਗ ਗਿਆ ਹੋਏਗਾ। ਨੈਕਸਟ ਆਪਾਂ ਦੇਖਦੇ ਹਾਂ ਕਿ ਪੋਲੀਮਰਸ ਅਕਰ ਇਨ ਨੇਚਰ ਆਲਸੋ। ਪੋਲੀਮਰ ਜਿਹੜੇ ਨੇ ਉਹ ਨੇਚਰ 'ਚ ਅਕਰ ਕਰਦੇ। ਫੋਰ ਐਗਜ਼ਾਮਪਲ ਇਜ਼ ਅ ਪੋਲੀਮਰ ਕਾਲਡ ਸੈਲੂਲੋਜ਼। ਕਾਟਨ ਜਿਹੜਾ ਹੈਗਾ ਉਹ ਕਿਹਦੇ ਤੋਂ ਬਣਿਆ ਹੁੰਦਾ? ਸੈਲੂਲੋਜ਼ ਪੋਲੀਮਰ ਤੋਂ ਬਣਿਆ ਹੁੰਦਾ। ਸੈਲੂਲੋਜ਼ ਇਜ਼ ਮੇਡ ਅਪ ਆਫ ਲਾਰਜ ਨੰਬਰ ਆਫ ਗਲੂਕੋਜ਼ ਯੂਨਿਟ, ਤੇ ਸੈਲੂਲੋਜ਼ ਕਿਹਦੇ ਤੋਂ ਫਰਦਰ ਬਣਿਆ ਹੁੰਦਾ? ਗਲੂਕੋਜ਼ ਯੂਨਿਟਸ ਤੋਂ ਬਣਿਆ ਹੁੰਦਾ। ਮੈਂ ਤੁਹਾਨੂੰ ਦੱਸਦੀ ਹਾਂ ਕੀ ਕਹਿਣਾ ਚਾਹੁੰਦੇ ਆ ਕਿ ਛੋਟੇ ਛੋਟੇ ਗਲੂਕੋਜ਼ ਯੂਨਿਟਸ ਨੇ ਉਹ ਆਪਸ 'ਚ ਮਿਲ ਕੇ ਸੈਲੂਲੋਜ਼ ਬਣਾ ਦਿੰਦੇ ਆ, ਤੇ ਸੈਲੂਲੋਜ਼ ਆਪਸ 'ਚ ਜੁੜ ਕੇ ਕੀ ਬਣਾ ਦਿੰਦੇ ਨੇ? ਕਾਟਨ ਬਣਾ ਦਿੰਦੇ ਆ। ਓਕੇ, ਇਹ ਦੱਸਣਾ ਚਾਹੁੰਦੇ ਆ। ਨੈਕਸਟ ਆਪਾਂ ਦੇਖਦੇ ਹਾਂ ਟਾਈਪਸ ਆਫ ਸਿੰਥੈਟਿਕ ਫਾਈਬਰਸ। ਹੁਣ ਆਪਾਂ ਸਿੰਥੈਟਿਕ ਫਾਈਬਰਸ ਦੀ ਟਾਈਪਸ ਕਰਾਂਗੇ। ਪਹਿਲੀ ਹੈ ਆਪਣੇ ਕੋਲ ਰੇਯਨ। ਯੂ ਹੈਵ ਰੀਡ ਇਨ ਕਲਾਸ 7th that silk fiber obtained from silkworm was discovered in China and was kept as a closely guarded secret for a long time। ਤਾਂ ਤੁਸੀਂ ਕਲਾਸ 7 'ਚ ਪੜ੍ਹ ਚੁੱਕੇ ਹੋ ਕਿ ਸਿਲਕ ਫਾਈਬਰ ਜਿਹੜੇ ਨੇ ਸਿਲਕਵਰਮ ਤੋਂ ਮਿਲਦੇ ਨੇ, ਤੇ ਇਹਨਾਂ ਨੂੰ ਪਹਿਲੀ ਵਾਰੀ ਚਾਈਨਾ ਦੇ ਵਿੱਚ ਡਿਸਕਵਰ ਕੀਤਾ ਗਿਆ ਸੀ, ਤੇ ਇਹਨੂੰ ਲੰਬੇ ਸਮੇਂ ਤੱਕ ਇੱਕ ਸੀਕ੍ਰੇਟ ਦੇ ਵਜੋਂ ਰੱਖਿਆ ਗਿਆ ਸੀ ਚਾਈਨਾ ਦੇ ਵਿੱਚ। ਫੈਬਰਿਕ obtained from silk fiber was very costly। ਜਿਹੜੇ ਫੈਬਰਿਕ ਆਪਾਂ ਸਿਲਕ ਦੇ ਫਾਈਬਰਸ ਤੋਂ ਬਣਾਉਂਦੇ ਆ ਉਹ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਆ, ਕੋਸਟਲੀ ਹੁੰਦੇ ਆ, ਬਟ ਇਟਸ ਬਿਊਟੀਫੁਲ ਟੈਕਸਚਰ ਫੈਸੀਨੇਟਡ ਐਵਰੀਬਡੀ। ਅਟੈਂਪਟਸ ਵਰ ਮੇਡ ਟੂ ਮੇਕ ਸਿਲਕ ਆਰਟੀਫਿਸ਼ਲੀ। ਬਹੁਤ ਸਾਰੇ ਅਟੈਂਪਟਸ ਕੀਤੇ ਗਏ ਕਿ ਕਿਸ ਤਰ੍ਹਾਂ ਆਪਾਂ ਸਿਲਕ ਨੂੰ ਆਰਟੀਫਿਸ਼ਲੀ ਪ੍ਰੋਡਿਊਸ ਕਰ ਸਕਦੇ ਹਾਂ। ਟੂਵਰਡ ਦ ਐਂਡ ਆਫ ਦ 19th century ਸਾਇੰਟਿਸਟ ਵਰ ਸਕਸੈਸਫੁਲੀ ਇਨ obtaining a fiber having properties similar to that of silk। 19th ਸੈਂਚੁਰੀ ਦੇ ਐਂਡ ਦੇ ਵਿੱਚ 19th ਸੈਂਚੁਰੀ ਦੇ ਐਂਡ ਦੇ ਵਿੱਚ ਸਾਇੰਟਿਸਟ ਨੇ ਇਸ ਤਰ੍ਹਾਂ ਦੀ ਚੀਜ਼ ਬਣਾਈ ਜਿਹੜੀ ਕਿ ਬਿਲਕੁਲ ਸਿਲਕ ਦੇ ਵਾਂਗ ਮਿਲਦੀ ਜੁਲਦੀ ਸੀ। ਆਰਟੀਫਿਸ਼ਲੀ ਉਹਨਾਂ ਨੇ ਲੈਬ ਦੇ ਵਿੱਚ ਐਕਸਪੈਰੀਮੈਂਟ ਕਰਕੇ ਆਰਟੀਫਿਸ਼ਲ ਇਹੋ ਜਿਹੇ ਫਾਈਬਰਸ ਬਣਾਏ ਜਿਹੜੇ ਕਿ ਸਿਲਕ ਦੇ ਨਾਲ ਮਿਲਦੇ ਜੁਲਦੇ ਸੀ। ਸਚ ਐਂਡ ਫਾਈਬਰਸ ਆਰ obtained by chemical treatment of wood pulp। ਇਹ ਉਹਨਾਂ ਨੇ ਕਿਵੇਂ ਬਣਾਇਆ? ਉਹਨਾਂ ਨੇ ਕੀ ਕੀਤਾ ਕਿ ਵੁੱਡ ਪਲਪ ਦੇ ਉੱਤੇ ਕੁਝ ਕੈਮੀਕਲਸ ਲਗਾਤੇ, ਕੁਝ ਕੈਮੀਕਲਸ ਨੂੰ ਐਡ ਕਰਤਾ, ਤੇ ਉੱਥੋਂ ਇਹਨਾਂ ਨੇ ਇਹੀ ਸਿਲਕ ਨੂੰ ਬਣਾਇਆ। ਇਸ ਤਰ੍ਹਾਂ ਦੇ ਫਾਈਬਰਸ ਨੂੰ ਇਹਨਾਂ ਨੇ ਰੇਯਨ ਨਾਂ ਦਿੱਤਾ, ਜਾਂ ਇਹਨੂੰ ਆਰਟੀਫਿਸ਼ਲ ਸਿਲਕ ਵੀ ਕਹਿ ਦਿੰਦੇ ਆ। although rayon is obtained from natural source। ਭਾਵੇਂ ਇਹ ਜਿਹੜਾ ਰੇਯਨ ਆ ਨੈਚੁਰਲ ਸੋਰਸ ਤੋਂ ਹੀ obtain ਕੀਤਾ ਗਿਆ, ਜਿਵੇਂ ਵੁੱਡ ਪਲਪ ਇਹਦੇ 'ਚ ਯੂਜ਼ ਹੋਈ, ਯਟ ਇਟ ਇਜ਼ ਮੈਨ ਮੇਡ ਕਹਿੰਦੇ, ਪਰ ਇਹ ਫਿਰ ਵੀ ਇਹ ਮੈਨ ਮੇਡ ਆ। ਕਿਉਂ? ਕਿਉਂਕਿ ਇਹਦੇ ਵਿੱਚ ਆਪਾਂ ਕੈਮੀਕਲਸ ਐਡ ਕੀਤੇ ਆ। ਇਟ ਇਜ਼ ਚੀਪਰ ਦੈਨ ਸਿਲਕ। ਇਹ ਬਹੁਤ ਜ਼ਿਆਦਾ ਸਸਤਾ ਹੁੰਦਾ ਸਿਲਕ ਦੇ ਨਾਲੋਂ। ਐਂਡ ਕੈਨ ਬੀ ਵੋਵਨ ਲਾਈਕ ਸਿਲਕ ਫਾਈਬਰਸ। ਤੇ ਇਹਨੂੰ ਸਿਲਕ ਫਾਈਬਰਸ ਦੇ ਵਾਂਗ ਹੀ ਬੁਣਿਆ ਜਾਂਦਾ। ਇਟ ਕੈਨ ਆਲਸੋ ਬੀ ਡਾਈਡ ਇਨ ਅ ਵਾਈਡ ਵਰਾਇਟੀਜ਼ ਆਫ ਕਲਰਸ। ਤੇ ਇਹਨੂੰ ਬਹੁਤ ਸਾਰੇ ਕਲਰਸ ਦੇ ਸਕਦੇ ਆ। ਰੇਯਨ ਇਜ਼ ਮਿਕਸਡ ਵਿਦ ਕਾਟਨ ਟੂ ਮੇਕ ਬੈਡ ਸ਼ੀਟ ਔਰ ਮਿਕਸਡ ਵਿਦ ਵੂਲ ਟੂ ਮੇਕ ਕਾਰਪੇਟ। ਰੇਯਨ ਨੂੰ ਜਦੋਂ ਆਪਾਂ ਕਾਟਨ 'ਚ ਮਿਕਸ ਕਰ ਦਿੰਦੇ ਹਾਂ ਤਾਂ ਬੈਡ ਸ਼ੀਟਸ ਬਣ ਜਾਂਦੀਆਂ ਨੇ। ਜਦੋਂ ਹੀ ਇਹਨੂੰ ਆਪਾਂ ਵੂਲ ਦੇ ਵਿੱਚ ਮਿਕਸ ਕਰਦੇ ਹਾਂ ਤੇ ਆਪਣੇ ਕੋਲੇ ਕਾਰਪੇਟਸ ਬਣ ਜਾਂਦੇ ਆ। ਆਪਾਂ ਦੇਖ ਸਕਦੇ ਹਾਂ ਇਮੇਜ ਦੇ ਵਿੱਚ, ਠੀਕ ਹੈ, ਇਹ ਰੇਯਨ ਆ। ਰੇਯਨ
रेयन ਦੇ ਆਪਾਂ ਕਲੋਥਸ ਵੀ ਬਣਾ ਸਕਦੇ ਤੇ रेयन ਤੋਂ ਆਪਾਂ ਬੈੱਡ ਸ਼ੀਟਸ ਤੇ ਕਾਰਪੈਟਸ ਵੀ ਬਣਾ ਸਕਦੇ ਹਾਂ। ਨੈਕਸਟ ਆਉਂਦਾ ਨਾਈਲੋਨ ਇਜ਼ ਅਨਦਰ ਮੈਨ ਮੇਡ ਫਾਈਬਰ। ਨਾਈਲੋਨ ਵੀ ਇੱਕ ਮੈਨ ਮੇਡ ਫਾਈਬਰ ਆ। in 1931 it was made without using any natural raw material from plant or animal। 1931 ਦੇ ਵਿੱਚ ਇਹਨੂੰ ਬਣਾਇਆ ਗਿਆ ਸੀ ਬਿਨਾਂ ਕਿਸੇ raw material natural raw material यूज ਕੀਤੇ, ਕੋਈ plant material ਨਹੀਂ यूज ਕੀਤਾ, ਇਹਦੇ ਵਿੱਚ ਕੋਈ ਆਪਾਂ animal material ਨਹੀਂ यूज ਕੀਤਾ। it was prepared from coal ਤੇ ਇਹਨੂੰ ਕੋਲ ਦੇ ਵਿੱਚੋਂ ਪ੍ਰਪੇਅਰ ਕੀਤਾ ਗਿਆ ਸੀ, water and air, ਠੀਕ ਹੈ। it was first fully ਸਿੰਥੈਟਿਕ ਫਾਈਬਰ। ਇਹ ਸਭ ਤੋਂ ਪਹਿਲੀ ਇਹ ਫੁੱਲੀ ਸਿੰਥੈਟਿਕ ਫਾਈਬਰ ਹੈ, ਪਹਿਲੀ ਵਾਰ ਜਿਹੜਾ ਬਣਾਇਆ ਗਿਆ ਸੀ। ਰੇਯਨ ਕਿਉਂ ਨਹੀਂ ਹੈਗਾ ਫੁੱਲੀ ਸਿੰਥੈਟਿਕ? ਕਿਉਂਕਿ ਇਹਦੇ ਵਿੱਚ ਆਪਾਂ ਨੈਚੁਰਲ ਫਾਈਬਰਸ ਵੁੱਡ ਪਲਪ ਵੀ ਯੂਜ਼ ਕੀਤੇ ਆ। ਨਾਈਲੋਨ ਫਾਈਬਰਸ ਵਾਸ ਸਟਰੋਂਗ। ਇਹ ਨਾਈਲੋਨ ਫਾਈਬਰ ਸਟਰੋਂਗ ਹੁੰਦੇ, ਇਲਾਸਟਿਕ ਹੁੰਦੇ ਐਂਡ ਲਾਈਟ ਹੁੰਦੇ, ਹਲਕੇ ਹੁੰਦੇ ਆ। ਇਟ ਵਾਸ ਲਸਟਰਸ, ਇਹ ਸ਼ਾਈਨੀ ਹੁੰਦੇ ਆ ਐਂਡ ਈਜ਼ੀ ਟੂ ਵਾਸ਼, ਇਹਨੂੰ ਆਪਾਂ ਈਜ਼ੀਲੀ ਵਾਸ਼ ਕਰ ਸਕਦੇ ਹਾਂ। ਸੋ ਇਟ ਬਿਕਮ ਵੈਰੀ ਪੋਪੂਲਰ ਫॉर ਮੇਕਿੰਗ ਕਲੋਥਸ, ਇਸ ਕਰਕੇ ਬਹੁਤ ਜ਼ਿਆਦਾ ਪੋਪੂਲਰ ਹੁੰਦੇ ਆ ਕਲੋਥਸ ਬਣਾਉਣ ਲਈ। We use many articles made from nylon such as socks, rope stands, toothbrush, car seat belts, sleeping bags, curtains etc। ਆਪਾਂ ਬਹੁਤ ਸਾਰੀਆਂ ਚੀਜ਼ਾਂ ਨਾਈਲੋਨ ਤੋਂ ਬਣਾ ਸਕਦੇ ਹਾਂ, ਠੀਕ ਹੈ। ਨਾਈਲੋਨ is also used for making parachutes and ropes for climbing। A nylon thread is actually stronger than a steel wire। ਇਹਨਾਂ ਨੇ ਆਪਾਂ ਇਸ ਇਮੇਜ ਦੇ ਵਿੱਚ ਦੇਖ ਰਹੇ ਹਾਂ ਕਿ ਨਾਈਲੋਨ ਦਾ ਯੂਜ਼ ਆਪਾਂ ਪੈਰਾਸ਼ੂਟ ਬਣਾਉਣ ਲਈ ਵੀ ਕਰ ਸਕਦੇ ਹਾਂ ਤੇ ਨਾਈਲੋਨ ਦੇ ਜਿਹੜੇ ਥ੍ਰੈਡਸ ਹੁੰਦੇ ਆ ਉਹ ਸਟੀਲ ਦੇ ਥ੍ਰੈਡਸ ਦੇ ਨਾਲੋਂ ਵੀ ਸਟਰੋਂਗ ਹੁੰਦੇ ਆ, ਠੀਕ ਹੈ। ਸਟੀਲ ਦੀਆਂ ਜਿਹੜੀਆਂ ਵਾਇਰਸ ਹੁੰਦੀਆਂ ਉਹਨਾਂ ਨਾਲ ਵੀ ਸਟਰੋਂਗ ਹੁੰਦੇ। ਤਾਂ ਅੱਜ ਲਈ ਇੰਨਾ ਹੀ। ਨੈਕਸਟ ਟੌਪਿਕ ਜਿਹੜਾ ਹੈਗਾ ਉਹ ਆਪਾਂ ਕੱਲ੍ਹ ਕਰਾਂਗੇ। ਥੈਂਕ ਯੂ।